ਪੰਜਾਬੀ ਕਹਾਣੀ ਨੂਰੀ ਤੀਜੀ ਕਿਸ਼ਤ। ਤਾਂਬੇ ਦਾ ਇਹ ਨਵਾਂ ਕਲੀ ਹੋਇਆ ਗਿਲਾਸ ਉਸ ਸਵੇਰੇ ਨੂਰੀ ਬੀਬੀ ਸੁਗਰਾਂ ਨੂੰ ਦਿੱਤਾ ਸੀ 2 ਪੈਸੇ ਦਾ ਦੁੱਧ ਲਿਆਉਣ ਲਈ। ਮਰ ਜਾਵੇ ਜਾਨੀ ਦੀ ਬਿੱਲੀ ਜਿਹੜੀ ਪਹਿਲੇ ਦੁੱਧ ਵਿੱਚ ਮੂੰਹ ਪਾ ਗਈ। ਸੁਗਰਾਂ ਸਿਪਾਰੇ ਵਿੱਚ ਮੋਰ ਦਾ ਪਰ ਨਿਸ਼ਾਨੀ ਰੱਖਿਆ ਤੇ ਦੁੱਧ ਲੈਣ ਟੁਰ ਪਈ। 8 ਵਰ੍ਹਿਆਂ ਦੀ ਸੁਗਰਾਂ ਦੂਜਾ ਸਿਪਾਰਾ ਪੜ੍ਹਦੀ ਸੀ। 12 ਕੁ ਵਰ੍ਹਿਆਂ ਦੀ ਹੋਣ ਤਾਈਂ ਕੁਰਾਨ ਸ਼ਰੀਫ ਖਤਮ ਕਰ ਲਵੇਗੀ। ਨੂਰੀ ਬੀਬੀ ਦੇ ਘਰ ਪੜ੍ਹਨ ਵਾਲੀਆਂ ਕੁੜੀਆਂ 10 ਵਰ੍ਹਿਆਂ ਦੀ ਕੁੜੀ ਕਮੀਜ਼ ਨੂੰ ਕਾਜ ਕਰ ਲੈਂਦੀ, ਮਸ਼ੀਨ ਗੇੜਨ ਲੱਗ ਪੈਂਦੀ, ਫੇਰ ਹੌਲੀ ਹੌਲੀ ਮਸ਼ੀਨ ਨਾਲ ਸਿੱਧੀਆਂ ਸੀਣਾ ਪਾ ਲੈਂਦੀ। ਐਸ ਸਕੂਲ ਦੀ ਕੋਈ ਫੀਸ ਨਹੀਂ ਸੀ। ਕੁੜੀਆਂ ਦੀਆਂ ਮਾਵਾਂ ਝੋਲੀਆਂ ਭਰ ਭਰ ਨੂਰੀ ਬੀਬੀ ਨੂੰ ਦੁਆਵਾਂ ਦਿੰਦੀਆਂ। ਆਮੀਨ ਹੋਣ ਤੇ ਕੁੜੀ ਦੇ ਮਾਪਿਓ ਗੁੜ ਦੇ ਚਾਵਲ, ਰਸ ਦੀ ਖੀਰ ਜਾਂ ਕੋਈ ਹੋਰ ਮਿੱਠੀ ਸ਼ੈ ਪਕਾ ਕੇ ਮਹੱਲੇ ਦੇ ਨਿਆਣਿਆਂ ਨੂੰ ਵੰਡਦੇ ਤੇ ਥਾਲ ਭਰ ਨੂਰੀ ਬੀਬੀ ਨੂੰ ਭੇਜਦੇ। ਕਿਸੇ ਘਰੋਂ ਦੁਪੱਟਾ ਵੀ ਆ ਜਾਂਦਾ। ਅੱਜ ਬਿੱਲੀ ਦੁੱਧ ਵਿੱਚ ਮੂੰਹ ਪਾ ਗਈ ਤੇ ਨੂਰੀ ਬੀਬੀ ਸੁਗਰਾਂ ਨੂੰ 2 ਪੈਸੇ ਦਾ ਦੁੱਧ ਲੈਣ ਗਲਿਆ। ਅੱਜ ਹੀ ਕਿਤੋਂ 2 ਸੰਡੇ ਕਰੀਮਪੁਰੇ ਆ ਗਏ। ਸੰਡਾ ਜਿਸ ਥਾਂ ਵੀ ਹੋਵੇ ਆਪਣੇ ਆਪ ਨੂੰ ਉਸ ਇਲਾਕੇ ਦਾ ਬਦਮਾਸ਼ ਸਮਝਦਾ ਏ। ਜੇ 2 ਸੰਡੇ ਆਮੋ ਸਾਹਮਣੇ ਹੋ ਜਾਣ ਤੇ ਦੋਹਾਂ ਸਿੰਘ ਫਸਾਏ ਹੀ ਫਸਾਏ। ਇੱਕ ਦੂਜੀ ਨੂੰ ਦਿਖਦੇ ਟੱਕਰਾਂ ਮਾਰਦੇ ਇਹ ਗਾਮੂ ਦੁੱਧ ਵਾਲੇ ਦੀ ਹੱਟੀ ਵੱਲ ਟੁਰ ਪਏ। ਸੰਡੇ ਹਾਲੇ ਦੂਰ ਸਨ, ਪਰ ਲੜਾਈ ਵੇਖਣ ਵਾਲਿਆਂ ਦੀ ਭੀੜ ਵਿੱਚ ਗਾਮੂ ਦੀ ਹੱਟੀ ਗਵਾਚ ਗਈ। ਲੜਾਈ ਸ਼ੁਰੂ ਹੋਣ ਵੇਲੇ ਕੁੱਲ 4 ਮੁੰਡੇ ਗਲੀ ਵਿੱਚ ਸਨ। ਉਹਨਾਂ ਵਿੱਚੋਂ ਇੱਕ ਨੇ 5ਵੇਂ ਨੂੰ ਆਵਾਜ਼ ਦਿੱਤੀ, ਓਏ ਸੰਡਿਆਂ ਦੀ ਲੜਾਈ। ਤੇ ਕਰੀਮਪੁਰੇ ਦੇ ਲੋਕੀ ਆਪਣੇ ਕੰਮ ਛੱਡ ਕੇ ਨੱਠੇ ਆਏ। ਜੁਲਾਏ ਖੱਡੀਆਂ ਵਿੱਚੋਂ ਨਿਕਲ ਆਏ ਤੇ ਗੁਮਿਆਰਾਂ ਆਪਣੇ ਚੱਕ ਰੋਕ ਲਏ। ਚਾਰੋਂ ਪਾਸਿਓਂ ਆ ਕੇ ਇਹਨਾਂ ਸੰਡਿਆਂ ਦੇ ਦੁਆਲੇ ਪੇੜ ਬਣਾ ਲਿਆ। ਕਰੀਮਪੁਰੇ ਦੇ ਲੋਕੀ ਥੀਏਟਰ ਨਾ ਵੇਖਦੇ, ਮੰਡੂਏ ਨਾ ਜਾਂਦੇ, ਨਾ ਕਿਸੇ ਐਸੀ ਥਾਂ ਜਿੱਥੇ ਪੈਸੇ ਦੇਣੇ ਪੈਣ। ਉਹਨਾਂ ਕੋਲ ਪੈਸੇ ਕਿਹੜੇ ਹੁੰਦੇ, ਪਰ ਮੇਲੇ ਤਮਾਸ਼ਿਆਂ ਦੇ ਉਹ ਓਨੇ ਹੀ ਸ਼ੌਂਕੀ ਜਿੰਨੇ ਬਾਕੀ ਦੁਨੀਆ ਦੇ ਲੋਕੀ। ਕੁਸ਼ਤੀ ਉਹਨਾਂ ਕੋਈ ਨਾ ਛੱਡਣੀ ਤੇ ਵੇਖਣੀ ਬਿਨ ਟਿਕਟੋਂ। ਦੰਗਲ ਵਾਲੇ ਦਿਨ ਉਹ ਸ੍ਰੀ ਰਾਮ ਦੀ ਸਰਾਂ ਦੇ ਬਾਹਰ ਇਕੱਠੇ ਹੋ ਜਾਂਦੇ, ਆਵਾਗੋਣ ਫਿਰਦੇ, ਟੁਕਰੀਆਂ ਵਿੱਚ ਇੱਧਰ ਉੱਧਰ ਖੜੇ ਰਹਿੰਦੇ। ਜਿਸ ਵੇਲੇ ਵੱਡੇ ਪਹਿਲਵਾਨ ਆਪਣੀ ਦਫ ਨਾਲ ਆਂਦੇ, ਇਹ ਯਾ ਅਲੀ ਦੇ ਨਾਰੇ ਲਾਉਂਦੇ ਉਸ ਜਲੂਸ ਵਿੱਚ ਜਾ ਰਲਦੇ। ਫੇਰ ਇੱਕ ਲੰਮਾ ਯਾ ਅਲੀ ਮਦਦ ਦਾ ਰੇਲਾ ਲੱਗਦਾ ਤੇ ਬੰਦਿਆਂ ਦਾ ਇਹ ਹੜ ਗੇਟ ਵਿੱਚੋਂ ਪਾਣੀ ਵਾਂਗਰ ਲੰਘ ਜਾਂਦਾ। ਰਾਸਦਾਰੀਏ ਆਂਦੇ, ਸਾਰੇ ਕਰੀਮਪੁਰੀਏ ਆਪਣੇ ਟੱਬਰਾਂ ਨੂੰ ਅੱਲਾ ਦੇ ਆਸਰੇ ਛੱਡ ਕੇ ਸਾਰੀ ਰਾਤ ਰਾਸ ਵੇਖਦੇ। ਕੋਈ ਦਵਾਨੀ ਚਵਾਨੀ ਦੀ ਵੇਲ ਵੀ ਦੇ ਦਿੰਦਾ, ਪਰ ਵੇਲ ਦੇਣ ਵਾਲਿਆਂ ਵਿੱਚੋਂ ਵੱਧ ਰਾਸਦਾਰੀਆਂ ਦੇ ਆਪਣੇ ਬੰਦੇ ਹੁੰਦੇ। ਕਰੀਮਪੁਰੀਆਂ ਨੂੰ ਸ਼ਰਮ ਦਿਵਾਉਣ ਲਈ, ਉਹਨਾਂ ਕੋਲੋਂ ਦਵਾਨੀਆਂ ਚਵਾਨੀਆਂ ਕਢਾਉਣ ਲਈ ਸ਼ਹਿਰ ਦਾ ਸਭ ਤੋਂ ਵੱਡਾ ਮੇਲਾ ਵੱਡੇ ਪੀਰ ਦਾ ਮੇਲਾ ਮੁਫਤ ਹੁੰਦਾ। ਥੀਏਟਰ, ਸਰਕਸ, 2 ਸਿਰਾਂ ਵਾਲਾ ਆਦਮੀ, ਮੌਤ ਦਾ ਖੂਹ, ਫਿਰੋ ਟੁਰੋ, ਸੈਰ ਕਰੋ, ਬਾਹਰੋਂ ਵੇਖੋ, ਕੋਈ ਟਿਕਟ ਨਹੀਂ ਮੰਗਦਾ। ਤਰ੍ਹਾਂ ਤਰ੍ਹਾਂ ਦੀਆਂ ਹੱਟੀਆਂ, ਰੰਗ ਰੰਗ ਦੀਆਂ ਛਈਆਂ, ਵੇਖਣ ਦਾ ਕੋਈ ਮੁੱਲ ਨਹੀਂ। ਮਸਖਰੇ ਮਚਾਨਾਂ ਤੇ ਖੜੇ ਮਸਖਰੀਆਂ ਕਰਦੇ। 2 ਪਿੰਡਾਂ ਤੋਂ ਸਿੱਖਾਂ ਦੀਆਂ ਟੋਲੀਆਂ ਆਉਂਦੀਆਂ, ਬੋਲੀਆਂ ਭੰਗੜੇ ਪਾਉਂਦੀਆਂ। ਭੂਤੇ ਸਿੱਖ ਇੱਕ ਦੂਜੇ ਦੇ ਸਿਰ ਫੜਦੇ। ਸਭ ਮੁਫਤ। ਸੁਨਹਿਰੀ ਬਾਜ਼ਾਰ ਦੀਆਂ ਸਫੈਦੀ ਹੋਈਆਂ ਰੰਡੀਆਂ ਮੂਹੜੇ ਉੱਤੇ ਬੈਠੀਆਂ, ਕੋਠਿਆਂ ਵਾਲੀਆਂ ਉੱਤੋਂ ਤੱਕਦੀਆਂ, ਬੜੇ ਪੀਰ ਦਾ ਮੇਲਾ ਕਮਾਉਣ ਲਈ। ਤਮਾਸ਼ਬੀਨ ਲੰਘਦੇ, ਟਿਚਕਰੀਆਂ ਕਰਦੇ, ਨਾਰਾਜ਼ ਨਾ ਹੁੰਦੀਆਂ, ਮੁਸਕਾਉਂਦੀਆਂ, ਅੱਖਾਂ ਮਟਕਾਉਂਦੀਆਂ। ਕੀ ਪਤਾ ਹੁੰਦਾ ਬੰਦੇ ਦੇ ਦਿਲ ਦਾ, ਭਾਵੇਂ ਕਰੀਮਪੁਰੀਆ ਹੀ ਹੋਵੇ। ਪਹਿਲੇ ਇਹ ਮੇਲਾ ਨਹੀਂ ਸੀ ਹੁੰਦਾ। ਇਹ ਛੋਟਾ ਸ਼ਹਿਰ, ਛੋਟੇ ਪੀਰਾਂ ਦਾ, ਛੋਟੇ ਛੋਟੇ ਉਰਸ। ਫੇਰ ਇੱਕ ਸਿਆਣੇ ਪੀਰ ਲੋਕਾਂ ਦੀ ਲੋੜ ਵੇਖੀ ਤੇ ਵੱਡੇ ਪੀਰ ਸਾਹਿਬ ਨੂੰ ਸੁਫਨੇ ਵਿੱਚ ਵੇਖਿਆ। ਉਹਨਾਂ ਪਹਿਲੇ ਦਾਤਨ ਕੀਤੀ, ਵੁਜ਼ੂ ਕੀਤਾ, ਫੇਰ ਨਮਾਜ਼ ਅਦਾ ਫਰਮਾਈ। ਸਿਆਣੇ ਪੀਰ ਦੀ ਅੱਖ ਖੋਲੀ। ਜਿੱਥੇ ਦਾਤਨ ਗੱਡੀ ਉੱਥੇ ਨਿੰਮ ਦਾ ਦਰਖਤ ਸੀ। ਲੋਟੇ ਦੀ ਥਾਂ ਖੂਹ ਤੇ ਨਮਾਜ਼ ਦੀ ਥਾਂ ਦਰਗਾਹ ਸ਼ਰੀਫ। ਹੁਣ ਛੋਟੇ ਸ਼ਹਿਰ ਵਿੱਚ ਵੱਡੇ ਪੀਰ ਦਾ ਮੇਲਾ ਲੱਗਦਾ। ਚੜਾਵੇ ਚੜ੍ਹਦੇ, ਨਜ਼ਰ ਨਿਆਜ਼ਾਂ। ਦੂਰ ਦੁਰਾਡੋਂ ਲੋਕੀ ਪਾਣੀ ਲੈਣ ਆਉਂਦੇ, ਬਿਮਾਰਾਂ ਲਈ, ਬਿਮਾਰੀਆਂ ਲਈ। ਭੂਤੇ ਸਿੱਖ ਇੱਕ ਦੂਜੇ ਦੇ ਸਿਰ ਪੜਦੇ। ਕਰੀਮਪੁਰੀਆਂ ਲਈ ਮੁਫਤ ਦਾ ਮੇਲਾ। ਇੱਕ ਸੰਡਾ ਹੌਲਾ ਸੀ, ਘੱਟ ਉਮਰ ਦਾ, ਦੂਜਾ ਬਜ਼ੁਰਗ ਤੇ ਭਾਰੇ ਜੁੱਸੇ ਦਾ। ਬਜ਼ੁਰਗ ਸੰਡਾ ਆਪਣੇ ਭਾਰ ਨਾਲ ਹੌਲੇ ਨੂੰ ਦਿਖਦਾ ਕਿਸੇ ਕੰਧ ਵਿੱਚ ਵਾੜ ਦਿੰਦਾ। ਹੌਲਾ ਫੁਰਤੀ ਵਿਖਾਉਂਦਾ, ਨਿਕਲ ਕੇ ਬਜ਼ੁਰਗ ਦੀਆਂ ਪਸਲੀਆਂ ਵਿੱਚ 1-2 ਟੱਕਰਾਂ ਠੋਕ ਕੇ ਸਾਹਮਣੇ ਆ ਜਾਂਦਾ। ਫੇਰ ਦੋਵੇਂ ਸਿੰਘ ਫਸਾ ਕੇ ਦਿੱਕਾ ਦਿੱਕੀ ਕਰਨ ਲੱਗ ਪੈਂਦੇ। ਲੋਕੀ ਆਪਣੇ ਆਪਣੇ ਸੰਡੇ ਨੂੰ ਹਲਾਸ਼ੇਰੀ ਕਰਦੇ। ਨਿਆਣੇ ਸਿਆਣਿਆਂ ਦੀਆਂ ਟੰਗਾਂ ਵਿੱਚੋਂ ਵੀ ਗੋਲ ਵੇਖਦੇ।
ਜਦ ਇੱਕ ਸੰਡਾ ਦੂਜੇ ਨੂੰ ਦੂਰ ਤਾਈਂ ਦਿਖਦਾ ਜਾਂਦਾ ਤੇ ਤਮਾਸ਼ਬੀਨ ਵੀ ਉਹਨਾਂ ਕੋ ਪਿਛੇੜਦੇ ਜਾਂਦੇ ਤੇ ਪੈਰਾਂ ਵਿੱਚ ਆਂਦੇ ਨਿਆਣਿਆਂ ਨੂੰ ਗਾਲਾਂ ਕੱਢਦੇ। ਜੇ ਕੋਈ ਨਿਆਣਾ ਡਿੱਗ ਪੈਂਦਾ ਤੇ ਉਹਦੇ ਜੰਮਣ ਵਾਲੇ ਨੂੰ ਵੀ ਬੁਰਾ ਭਲਾ ਕਹਿੰਦੇ। ਇੱਕ ਹੱਲੇ ਵਿੱਚ ਸੁਗਰਾਂ ਡਿੱਗ ਪਈ, ਉੱਠ ਕੇ ਨੱਠੀ, ਗਿਲਾਸ ਵਾਲਾ ਹੱਥ ਨੱਕ ਤੇ ਫੇਰਿਆ, ਪੁੱਠਾ ਹੱਥ ਲਹੂ ਨਾਲ ਭਰ ਗਿਆ। ਗਿਲਾਸ ਤੇ 2 ਪੈਸੇ ਉਹਦੇ ਹੱਥੋਂ ਡਿੱਗ ਪਏ ਤੇ ਰੋਂਦੀ ਆਪਣੇ ਘਰ ਵੱਲ ਨੱਠੀ। ਹਾਏ ਮੈਂ ਮਰ ਗਈ। ਸੁਗਰਾਂ ਦੀ ਮਾਂ ਉਹਨੂੰ ਖੁਰੇ ਤੇ ਲੈ ਗਈ, ਉਹਦੇ ਸਿਰ ਵਿੱਚ ਘੜੇ ਦਾ ਪਾਣੀ ਪਾਉਣ ਲੱਗ ਪਈ। ਕਰੀਮਪੁਰੇ ਦੇ ਲੋਕਾਂ ਨੂੰ ਲਹੂ ਬੰਦ ਕਰਨੇ ਦੇ 2 ਤਰੀਕੇ ਆਉਂਦੇ ਸਨ। ਸਿਰ ਵਿੱਚ ਪਾਣੀ ਪਾਉਂਦੇ ਜਾਓ ਜਾਂ ਕਪੜਾ ਸਾੜ ਕੇ ਉਹਦੀ ਸੁਆਹ ਨਾਲ ਫੱਟ ਭਰ ਦਿਓ। ਨੀ ਤੂੰ ਤੇ ਕੁਰਾਨ ਸ਼ਰੀਫ ਪੜਨ ਗਈ ਸੀ। ਹੁਣ ਸੁਗਰਾ ਨੂੰ 2 ਪੈਸੇ ਤੇ ਗਿਲਾਸ ਯਾਦ ਆਇਆ। ਜਦ ਸੁਗਰਾ ਦੇ ਹੱਥੋਂ ਗਿਲਾਸ ਡਿੱਗਿਆ ਤੇ ਉਹ ਰੁੜਦਾ ਗਾਮੂ ਦੇ ਤਖਤ ਪੋਸ਼ ਦੇ ਹੇਠੋਂ ਲੰਘਦਾ ਰਾਮਚੰਦ ਤਮਾਕੂ ਵਾਲੇ ਦੀ ਹੱਟੀ ਅੱਗੇ ਵਗਦੀ ਨਾਲੀ ਵਿੱਚ ਜਾ ਡਿੱਗਿਆ। ਲੜਦੇ ਸੰਡੇ ਇੱਕ ਦੂਜੇ ਨੂੰ ਦਿਖਦਿਆਂ ਗਾਮੂ ਤੇ ਰਾਮਚੰਦ ਦੀਆਂ ਹੱਡੀਆਂ ਅੱਗੇ ਅਪੜੇ ਤੇ ਇਹ ਦੋਵੇਂ ਆਪਣੇ ਤਖਤ ਪੋਸ਼ਾਂ ਉੱਤੇ ਖੜੇ ਹੋ ਕੇ ਡਾਂਗਾਂ ਖੜਕਾਉਣ ਲੱਗ ਪਏ। ਸੰਡੇ ਤੇ ਤਮਾਸ਼ਬੀਨ ਲੰਘ ਗਏ ਤੇ ਦੋਹਾਂ ਆਪਣੀਆਂ ਹੱਡੀਆਂ ਮੁੜ ਸਜਾ ਲਈਆਂ। ਪਰ ਗਾਮੂ ਨੂੰ ਇਹ ਪਤਾ ਨਹੀਂ ਸੀ ਕਿ ਉਹਦੀ 1-2 ਪੈਸੇ ਦੀ ਗਾਹਕ ਦੁੱਧ ਲਿਆਂ ਬਿਨਾਂ ਹੀ ਮੁੜ ਗਈ ਸੀ ਤੇ ਹੁਣ ਮੰਜੀ ਉੱਤੇ ਪਈ ਹਾਏ ਹਾਏ ਕਰਦੀ ਸੀ। ਸੰਡਿਆਂ ਦਾ ਮੇਲਾ ਲੰਘ ਗਿਆ, ਲੋਕੀ ਆਪਣੇ ਆਪਣੇ ਘਰੀ ਟੁਰ ਗਏ। ਸ਼ਾਮ ਪੈ ਗਈ, ਚੁੱਪ ਚੁਪੀਤੀ ਸ਼ਾਮ, ਮੇਲੇ ਦੀ ਸ਼ਾਮ ਵਰਗੀ। ਫਿਰ ਲੋਕੀ ਆਪਣੇ ਕੰਮੀ ਦੁੱਧ ਦਹੀਂ ਤਮਾਕੂ ਲੈਣ ਘਰੋਂ ਨਿਕਲੇ। ਰਾਮਚੰਦ ਹੱਟੀ ਅੰਦਰ ਹੀ ਆਪਣੀਆਂ 2 ਟਿੱਕੀਆਂ ਲਾਈਆਂ ਤੇ ਦੁਪਹਿਰ ਦੀ ਮੂੰਗੀ ਦੀ ਦਾਲ ਨਾਲ ਖਾ ਕੇ ਉੱਤੋਂ ਦੀ ਅੱਧਾ ਗਿਲਾਸ ਪਾਣੀ ਪੀ ਲਿਆ। ਬਚਿਆ ਅੱਧਾ ਗਿਲਾਸ ਪਾਣੀ ਦੂਰੋਂ ਨਾਲੀ ਵਿੱਚ ਸੁੱਟ ਦਿੱਤਾ ਤੇ ਆਪਣੀਆਂ ਕੌਲੀਆਂ ਕੁਜੀਆਂ ਸਾਂਭਣ ਲੱਗ ਪਿਆ। ਨਾਲੀ ਦਾ ਪਾਣੀ ਗੰਦਾ ਸੀ, ਸਲੇਟੀ ਰੰਗਾ। ਨਾਲੀ ਦੀ ਗਾਦ ਗੂੜੀ ਸਲੇਟੀ। ਤਾਂਬੇ ਦਾ ਨਵਾਂ ਕਲੀ ਹੋਇਆ ਗਿਲਾਸ ਜਦ ਇਸ ਨਾਲੀ ਵਿੱਚ ਡਿੱਗਿਆ ਤੇ 2 ਕੁ ਪੈਸੇ ਨਾਲੀ ਵਿੱਚ ਵੀ ਖਾ ਗਿਆ ਤੇ ਨਾਲੀ ਦੀ ਗੂੜੀ ਗਾਰ ਉਹਦੇ ਉੱਤੇ ਵੜੇਟੀ ਗਈ ਤੇ ਉਹ ਵੀ ਸਲੇਟੀ ਰੰਗਾ ਹੋ ਗਿਆ। ਹੱਟੀ ਵਿੱਚ ਬੈਠੇ ਰਾਮਚੰਦ ਨੂੰ ਤਖਤ ਪੋਸ਼ ਹੇਠੋਂ ਨਾਲੀ ਤੇ ਨਜ਼ਰ ਆਂਦੀ ਸੀ ਪਰ ਗਿਲਾਸ ਨਹੀਂ। ਆਪਣੀ ਦਾਲ ਰੋਟੀ ਛਿੱਕਣ ਮਗਰੋਂ ਜਦ ਉਹਨੇ ਬਚਿਆ ਪਾਣੀ ਨਾਲੀ ਵਿੱਚ ਸੁੱਟਿਆ ਤੇ ਐਸ ਪਾਣੀ ਗਿਲਾਸ ਦੇ ਉਤਲੇ ਪਾਸੇ ਦੀ ਗਾਰ ਧੋ ਦਿੱਤੀ ਤੇ ਗਿਲਾਸ ਦੀ ਨਵੀਂ ਕਲੀ ਚਮਕਣ ਲੱਗ ਪਈ। ਰਾਮਚੰਦ ਆਪਣਾ ਹੁੱਕਾ ਸੁਲਗਾਇਆ ਤੇ 2-1 ਘੁੱਟਾਂ ਮਗਰੋਂ ਉਹਨੂੰ ਨਾਲੀ ਵਿੱਚ ਕੋਈ ਚਮਕਦੀ ਸ਼ੈ ਨਜ਼ਰ ਆਈ। ਚਮਕ ਤੇ ਠੀਕ ਸੀ ਪਰ ਸ਼ੈ ਸਮਝ ਨਹੀਂ ਸੀ ਆਂਦੀ। ਚਿਮਟੇ ਨਾਲ ਉਹਨੂੰ ਹਿਲਾਇਆ ਤੇ ਉਹ ਗਿਲਾਸ ਬਣ ਗਿਆ। ਮੁਸ਼ਕਲ ਇਹ ਸੀ ਕਿ ਮੁਸਲਮਾਨਾਂ ਦੇ ਮਹੱਲੇ ਵਿੱਚ ਇਹ ਮੁਸਲਮਾਨਾਂ ਦਾ ਹੀ ਗਿਲਾਸ ਹੋ ਸਕਦਾ ਤੇ ਮੁਸਲਮਾਨਾਂ ਦੀ ਖਾਣ ਪੀਣ ਦੀ ਸ਼ੈ ਤੇ ਇੱਕ ਪਾਸੇ ਉਹਨਾਂ ਦੇ ਭਾਂਡੇ ਨੂੰ ਵੀ ਹੱਥ ਲਾ ਕੇ ਰਾਮਚੰਦ ਦਾ ਧਰਮ ਭ੍ਰਸ਼ਟ ਹੋ ਜਾਂਦਾ। ਮੁਸਲਮਾਨ ਰਾਮਚੰਦ ਦਾ ਤਮਾਕੂ ਲੈ ਜਾਂਦੇ ਤੇ ਮਜ਼ੇ ਨਾਲ ਪੀਂਦੇ। ਉਹਨਾਂ ਕਦੀ ਇਹ ਸੋਚਿਆ ਵੀ ਨਾ ਕਿ ਰਾਮਚੰਦ ਦੇ ਹਿੰਦੂ ਤਮਾਕੂ ਨਾਲ ਉਹਨਾਂ ਦਾ ਦੀਨ ਈਮਾਨ ਖਰਾਬ ਹੋ ਸਕਦਾ। ਰਾਮਚੰਦ ਇਸ ਗਿਲਾਸ ਨੂੰ ਹੱਥ ਨਾ ਲਾਇਆ, ਚਿਮਟੇ ਨਾਲ ਕੱਢ ਕੇ ਨਾਲੀ ਦੇ ਕੰਢੇ ਰੱਖ ਦਿੱਤਾ। ਹੋਰ ਅੱਧੇ ਘੰਟੇ ਤਾਈਂ ਗਫੂਰਾ ਪਹਿਲਵਾਨ ਆਵੇਗਾ। ਗਫੂਰਾ ਪਹਿਲਵਾਨ ਨਹੀਂ ਸੀ, ਉਹਦਾ ਅੱਬਾ ਸ਼ੀਦਾ ਅੱਬਾ ਜ਼ਰੂਰ ਖਾੜੇ ਜਾਂਦਾ ਰਿਹਾ ਸੀ ਆਪਣੇ ਵੇਲਿਆਂ। ਨਾਲੇ ਸ਼ੀਦਾ ਅੱਬਾ ਗਫੂਰੇ ਦਾ ਦੂਜਾ ਅੱਬਾ ਸੀ। ਉਹਦਾ ਅਸਲੀ ਪਿਓ ਮਰਿਆ ਤੇ ਗਫੂਰਾ 3 ਵਰਿਆਂ ਦਾ ਸੀ। ਉਹਨੂੰ ਆਪਣੇ ਅਸਲੀ ਅੱਬੇ ਦਾ ਨਾਂ ਨਹੀਂ ਪਤਾ, ਨਾ ਹੀ ਉਹਦੀ ਮਾਂ ਨੇ ਕਦੀ ਦੱਸਿਆ। ਉਹਦੇ ਦੂਜੇ ਅੱਬੇ ਤੋਂ ਡਰਦਿਆਂ ਉਹਦੀ ਮਾਂ ਦੇ 6 ਭਰਾ ਸਨ। ਜਦ ਗਫੂਰ ਯਤੀਮ ਹੋਇਆ ਤੇ ਭਾਈਆਂ ਭੈਣ ਨੂੰ ਕਿਹਾ, ਅਸੀਂ ਸਾਰੀ ਉਮਰ ਤੈਨੂੰ ਰੋਟੀ ਕੱਪੜਾ ਦੇਵਾਂਗੇ, ਤੂੰ ਦੂਜਾ ਵਿਆਹ ਨਾ ਕਰੀ, ਸਾਡੀ ਨੱਕ ਵੱਢੀ ਜਾਵੇਗੀ। ਪਰ ਗਫੂਰੇ ਦੀ ਮਾਂ ਦੂਜਾ ਵਿਆਹ ਕਰ ਲਿਆ ਤੇ ਭਾਈਆਂ ਭਾਣੇ ਭੈਣ ਮਰ ਗਈ। ਨਵੀਂ ਗਲੀ ਦੇ ਮੁੰਡੇ ਗਫੂਰੇ ਨੂੰ ਪਿਛਲੱਗ ਕਹਿੰਦੇ। ਉਹ ਸਮਝਦਾ ਇਹ ਉਹਦਾ ਨਵਾਂ ਨਾਂ ਹੈ, ਪਰ ਇਹ ਨਵਾਂ ਨਾਂ ਉਹਨੂੰ ਚੰਗਾ ਨਾ ਲੱਗਦਾ। ਦੀਵਾਲੀ ਦੇ ਦਿਨਾਂ ਕਰੀਮਾ ਗੁਮਿਆਰ ਆਪਣੇ ਚੱਕ ਤੇ ਦੀਵੇ ਬਣਾਉਂਦਾ ਪਿਆ ਸੀ। ਕੋਲ ਗਫੂਰਾ ਬੈਠਾ ਬੜੇ ਗੋਹ ਨਾਲ ਤੱਕਦਾ। ਗਿੱਲੀ ਮਿੱਟੀ ਵਿੱਚ ਕਰੀਮਾ ਗੂਠੇ ਨਾਲ ਇੱਕ ਡੂੰਘ ਪਾਉਂਦਾ, ਫੇਰ ਦੋਹਾਂ ਹੱਥਾਂ ਦੀਆਂ ਉਂਗਲਾਂ ਨਾਲ ਉਸ ਡੂੰਘ ਨੂੰ ਖੁੱਲਿਆਂ ਕਰਦਾ। ਇੱਕ ਨਿੱਕੀ ਜਿਹੀ ਕੌਲੀ ਬਣ ਜਾਂਦੀ। ਇਸ ਕੌਲੀ ਨੂੰ ਧਾਗੇ ਨਾਲ ਕੱਟ ਕੇ ਕਰੀਮਾ ਚੱਕੋ ਲਾ ਲੈਂਦਾ ਤੇ ਇੰਜ ਭੁੰਜੇ ਰੱਖਦਾ ਜਿਵੇਂ ਮਾਂ ਆਪਣੀ ਸੱਤੇ ਬਲੌਰ ਨੂੰ ਗੋਦੀਓਂ ਲਾ ਕੇ ਮੰਜੀ ਉੱਤੇ ਪਾਉਂਦੀ ਏ। ਫੇਰ ਗੂਠੇ ਤੇ ਇੱਕ ਉਂਗਲ ਨਾਲ ਕੌਲੀ ਦੇ ਮੂੰਹ ਨੂੰ ਪੋਲੇ ਜੇ ਦਬਾ ਦਿੰਦਾ ਤੇ ਕੌਲੀ ਦੀਵਾ ਬਣ ਜਾਂਦਾ। ਕਰੀਮਾ ਮੁੜ ਚੱਕੇ ਦੀ ਮਿੱਟੀ ਵਿੱਚ ਗੂਠਾ ਖੋਪ ਦਿੰਦਾ, ਇੱਕ ਨਵਾਂ ਦੀਵਾ ਬਣਨ ਲੱਗ ਪੈਂਦਾ। ਕਰੀਮਾ ਕਿੰਨਾ ਕਾਰੀਗਰ ਏ। ਉਹਦੇ ਹੱਥ ਉਂਗਲਾਂ ਗਿੱਲੀ ਮਿੱਟੀ ਵਾਂਗੂ ਮੁੜਦੀਆਂ, ਗਿੱਲੀ ਮਿੱਟੀ ਨੂੰ ਮੋੜਦੀਆਂ, ਸੋਹਣੀਆਂ ਕੌਲੀਆਂ, ਸੋਹਣੇ ਦੀਵੇ ਬਣਾਉਂਦੀਆਂ। ਜੇ ਮੈਂ ਗੁਮਿਆਰ ਹੁੰਦਾ, ਮੈਂ ਇਦਾਂ ਦੇ ਦੀਵੇ ਬਣਾਉਂਦਾ।
ਬਾਬਾ ਕਰੀਮਾ, ਮੈਂ ਵੀ ਇਦਾਂ ਦੇ ਦੀਵੇ ਬਣਾ ਸਕਦਾ ਹਾਂ? ਹਾਂ ਪੁੱਤ, ਤੂੰ ਵੀ ਬੜਾ ਹੋਵੇਂਗਾ ਤੇ ਮੈਂ ਤੈਨੂੰ ਦੀਵੇ ਬਣਾਉਣੇ ਸਿਖਾ ਦੇਵਾਂਗਾ। ਬਾਬੇ ਕਰੀਮੇ ਦਾ ਇੱਕ 5 ਮਹੀਨਿਆਂ ਦਾ ਦੋਤਾ ਸੀ। ਉਹ ਵੀ ਇੱਕ ਦਿਨ ਬੜਾ ਹੋਵੇਗਾ। ਗਫੂਰੇ ਵਰਗਾ ਨਾਨੇ ਨੂੰ ਦੀਵੇ ਬਣਾਉਂਦੇ ਵੇਖੇਗਾ, ਖੁਸ਼ ਹੋਵੇਗਾ। ਕਰੀਮਾ ਇਹ ਨਿਆਣਿਆਂ ਵਰਗੀਆਂ ਸੋਚਾਂ ਸੋਚਦਿਆਂ 4-5 ਵਰ੍ਹੇ ਅੱਗੇ ਲੰਘ ਗਿਆ। ਗਫੂਰਾ ਉਹਨੂੰ ਆਪਣਾ ਦੋਤਾ ਜਾਪਿਆ ਤੇ ਉਹ ਆਪੂ ਗਫੂਰੇ ਦਾ ਨਾਨਾ। ਇੱਥੇ ਤਾਈਂ ਤੇ ਗੱਲ ਠੀਕ ਸੀ, ਪਰ ਇੱਥੋਂ ਅੱਗੇ ਕਰੀਮੇ ਦੀ ਸੋਚ ਗੁੱਡਮੁੱਡ ਹੋ ਗਈ। ਬੰਦੇ ਨੂੰ ਏਦਾਂ ਨਹੀਂ ਸੋਚਣਾ ਚਾਹੀਦਾ, ਪਰ ਕਦੀ ਕਦੀ ਸੋਚ ਆਪਣੀ ਰੁੜੇ ਪੈ ਜਾਂਦੀ ਏ। ਗਫੂਰੇ ਦਾ ਪਿਓ ਮਰ ਗਿਆ ਸੀ। ਬਾਬੇ ਕਰੀਮੇ ਦਾ ਜਵਾਈ ਮਰ ਗਿਆ। ਬਾਬੇ ਦੀ ਧੀ ਰੰਡੀ ਹੋ ਗਈ। ਉਹਨੇ ਹੋਰ ਵਿਆਹ ਕਰ ਲਿਆ। ਉਹਦਾ ਪੁੱਤਰ ਬਾਬੇ ਕਰੀਮੇ ਦਾ ਦੋਤਾ ਪਿਛਲਗ ਬਣ ਗਿਆ। ਬਾਬੇ ਕਰੀਮੇ ਦਾ ਹੱਥ ਕੰਬਿਆ, ਕੌਲੀ ਵਿੰਗੀ ਹੋ ਗਈ। ਗਫੂਰੇ ਨੂੰ ਕੀ ਪਤਾ ਕੌਲੀ ਕਿਉਂ ਵਿੰਗੀ ਹੋਈ। ਉਹ ਤੇ ਇਸ ਗੱਲ ਤੇ ਬੜਾ ਖੁਸ਼ ਸੀ ਕਿ ਬਾਬੇ ਕਰੀਮੇ ਉਹਨੂੰ ਪੁੱਤ ਕਿਹਾ। ਇੰਨੇ ਪਿਆਰ ਨਾਲ ਤੇ ਉਹਨੂੰ ਪੁੱਤ ਕਦੀ ਕਿਸੇ ਨੇ ਸੀ ਆਖਿਆ। ਸ਼ੀਦਾ ਅੱਬਾ ਉਹਨੂੰ ਬੁਲਾਉਂਦਾ, ਗਫੂਰੇ ਚਿਲਮ ਧਰੀ, ਗਫੂਰਿਆ ਮੇਰੀ ਜੁੱਤੀ ਫੜਾਈ। ਉਹਦੀ ਮਾਂ ਵੀ ਉਹਨੂੰ ਗਫੂਰਾ ਕਹਿੰਦੀ, ਕਦੀ ਪੁੱਤ ਕਹਿੰਦੀ ਤੇ ਪਹਿਲੇ ਇੱਧਰ ਉੱਧਰ ਵੇਖ ਕੇ। ਪਰ ਬਾਬਾ ਕਰੀਮਾ ਪਿਛਲਗ ਵੀ ਦੀਵੇ ਬਣਾ ਸਕਦਾ। ਬਾਬੇ ਕਰੀਮੇ ਇੱਕ ਹੋਰ ਕੌਲੀ ਵਿੰਗੀ ਕਰ ਦਿੱਤੀ। ਪੁੱਤਰਾ, ਪਿਛਲਗ ਹੋਣ ਵਿੱਚ ਕੀ ਬੁਰਾਈ ਏ? ਇਹ ਤੇ ਰੱਬ ਦੀ ਮਰਜ਼ੀ ਏ। ਪਰ ਬਾਬਾ ਪਿਛਲਗ ਕੌਣ ਹੁੰਦੇ? ਬਾਬਾ ਕਰੀਮਾ ਖੰਘਿਆ, ਆਪਣਾ ਗਲਾ ਸਾਫ਼ ਕੀਤਾ ਤੇ ਜਵਾਬ ਬਣਾਉਂਦਿਆਂ ਉਹਨੂੰ 4 ਦੀਵੇ ਲੱਗ ਗਏ। ਪੁੱਤਰ ਗਫੂਰਾ, ਤੇਰਾ ਪਿਓ ਤੇਰੇ ਛੋਟੇ ਹੁੰਦਿਆਂ ਮਰ ਗਿਆ ਸੀ। ਰੱਬ ਦੀ ਮਰਜ਼ੀ ਸੀ। ਤੇਰਾ ਅੱਬਾ, ਤੇਰਾ ਸ਼ੀਦਾ ਅੱਬਾ ਵੀ ਤੈਨੂੰ ਤੇਰੇ ਪਹਿਲੇ ਅੱਬੇ ਵਾਂਗੂ ਪਿਆਰ ਕਰਦਾ ਹੈ। ਪੁੱਤਰਾ, ਪਿਛਲਗ ਹੋਣ ਵਿੱਚ ਕੋਈ ਬੁਰਾਈ ਨਹੀਂ। ਕਰੀਮੇ ਦੀ ਗੱਲ ਗਫੂਰੇ ਦੀ ਸਮਝ ਨਾ ਆਈ। ਉਹਦੇ ਚਿੱਤ ਨਾ ਲੱਗੀ। ਉਹਨੂੰ ਲੱਗਿਆ ਜਿਵੇਂ ਪਿਛਲਗ ਕੋਈ ਗਾਲ ਹੋਵੇ। ਉਹ ਉੱਠ ਕੇ ਘਰ ਵੱਲ ਟੁਰ ਪਿਆ। ਉਹਦਾ ਜੀ ਰੋਂਦਾ ਸੀ ਤੇ ਹੰਝੂ ਉਹਦੀਆਂ ਅੱਖਾਂ ਵਿੱਚ ਇਕੱਠੇ ਹੋ ਗਏ। ਕੁਝ ਡੁੱਲ ਵੀ ਪਏ। ਰਾਹ ਵਿੱਚ ਸਤਾਰ ਉਹਨੂੰ ਰੋਂਦਿਆਂ ਵੇਖ ਕੇ ਪੁੱਛਿਆ, ਪਿਛਲਗ ਤੈਨੂੰ ਕਿਹਨੇ ਮਾਰਿਆ? ਗਫੂਰ ਨੇ ਦੂਜੀ ਗੱਲ ਨਾ ਕੀਤੀ। ਪੂਰੇ ਜ਼ੋਰ ਨਾਲ ਸਤਾਰ ਨੂੰ ਮੁੱਕਾ ਕੱਢ ਮਾਰਿਆ। ਉਹ ਸਿਰ ਦੇ ਬਾਹਰ ਡਿੱਗਿਆ ਤੇ ਉਹਦੇ ਨੱਕ ਵਿੱਚੋਂ ਲਹੂ ਵਗਣ ਲੱਗ ਪਿਆ। ਗਫੂਰੇ ਨੂੰ ਲੱਗਿਆ ਜਿਵੇਂ ਉਹਨੇ ਸ਼ੀਦੇ ਅੱਬੇ ਨੂੰ ਮੁੱਕਾ ਮਾਰਿਆ ਹੋਵੇ, ਤੇ ਸ਼ੀਦੇ ਅੱਬੇ ਦੇ ਨੱਕ ਵਿੱਚੋਂ ਲਹੂ ਵਗਦਾ ਉਹਨੂੰ ਬੜਾ ਚੰਗਾ ਲੱਗਿਆ। ਉਹ ਵੀ ਤੇ ਮੇਰੀ ਮਾਂ ਨੂੰ ਮਾਰਦਾ ਏ, ਨਾਲੇ ਉਹਨੇ ਮੇਰੀ ਨਕਸੀਰ ਕਿੰਨੀ ਵਾਰੀ ਤੋੜੀ ਏ। ਗਫੂਰੇ ਨੂੰ ਪਤਾ ਨਹੀਂ ਸੀ ਕਿ ਸ਼ੀਦਾ ਅੱਬਾ ਉਸ ਸ਼ਾਮੀ ਫੇਰ ਉਹਦੀ ਨਕਸੀਰ ਤੋੜੇਗਾ, ਸਤਾਰ ਨੂੰ ਮੁੱਕਾ ਮਾਰਨ ਤੋਂ। ਨਕਸੀਰ ਟੁੱਟਣ ਮਗਰੋਂ ਗਫੂਰੇ ਸੋਚਿਆ, ਜੇ ਸਤਾਰ ਮੈਨੂੰ ਫੇਰ ਪਿਛਲਗ ਗਿਆ ਤੇ ਮੈਂ ਫੇਰ ਉਹਦਾ ਨੱਕ ਬੰਨ੍ਹ ਦਿਆਂਗਾ, ਕਿਸੇ ਹੋਰ ਦਾ ਵੀ, ਜਿਹੜਾ ਵੀ ਮੈਨੂੰ ਪਿਛਲਗ ਕਹੇਗਾ। ਮੁੰਡਿਆਂ ਦੀ ਸਮਝ ਨਹੀਂ ਸੀ ਆਂਦਾ ਪਿਛਲਗ ਸਤਾਰ ਨੂੰ ਮੁੱਕਾ ਕਿਉਂ ਮਾਰਿਆ। ਉਹਨੂੰ ਦੂਰੋਂ ਆਉਂਦਿਆਂ ਵੇਖ ਜੀਰੇ ਕਿਹਾ, ਮੈਂ ਪੁੱਛਦਾ ਐ ਸੁਕੜੂ, ਕਾਲੇ ਮਾਤਾ ਮੂੰਹ ਦਾ ਗਾਨੋ, ਤੁਸੀਂ ਪਿੱਛੇ ਰਹਿਣਾ, ਮੈਂ ਆਪੂ ਇਹਦੇ ਨਾਲ ਨਿਬੜ ਲਵਾਂਗਾ। ਪਿਛਲਗ, ਤੂੰ ਇਹ ਸਤਾਰ ਨੂੰ ਕਿਉਂ ਮਾਰਿਆ ਸੀ? ਮੈਨੂੰ ਫੇਰ ਪਿਛਲਗ ਨਾ ਕਹੀਂ, ਨਹੀਂ ਤੇ ਤੇਰਾ ਵੀ ਨੱਕ ਬੰਨ੍ਹ ਦਿਆਂਗਾ। ਜੀਰੇ ਦੇ ਸਿਰ ਵਿੱਚ ਜਿਵੇਂ ਹਥੌੜਾ ਵੱਜਿਆ ਹੋਵੇ ਤੇ ਉਹ ਮੈਂ ਤੇ ਐਵੇਂ ਹੀ ਪੁੱਛਿਆ ਸੀ ਕਹਿ ਕੇ ਇੱਕ ਪਾਸੇ ਹੋ ਗਿਆ। ਗਫੂਰਾ ਲੰਘ ਗਿਆ। ਮੁੰਡਿਆਂ ਜੀਰੇ ਦੀ ਤੌਣੀ ਲਾ ਦਿੱਤੀ। ਜੀਰਾ ਡਰ ਗਿਆ ਓਏ, ਡਰ ਗਿਆ ਜੀਰਾ ਓਏ, ਓਏ ਓਏ ਜੀਰਾ ਡਰ ਗਿਆ ਓਏ। ਅਗਲੇ ਦਿਨ ਜੀਰਾ ਗਫੂਰੇ ਦਾ ਰਾਹ ਰੋਕ ਕੇ ਖੜਾ ਹੋ ਗਿਆ। ਪਿਛਲਗ, ਤੂੰ ਕੱਲ ਕਿਹਾ ਸੀ ਮੈਨੂੰ ਪਿਛਲਗ ਨਾ ਕਹੀਂ। ਪਿਛਲਗ, ਤੂੰ ਪਿਛਲਗ ਨਹੀਂ ਤਾਂ ਹੋਰ ਕੀ ਏ? ਪਿਛਲਗ। ਗਫੂਰੇ ਜੋ ਕਰਨਾ ਸੀ ਜੀਰੇ ਨੂੰ ਪਤਾ ਸੀ। ਉਹਨੇ ਗਫੂਰੇ ਦਾ ਮੁੱਕਾ ਫੜ ਲਿਆ, ਫੇਰ ਮੁੱਕੇ ਵਾਲੀ ਬਾਂਹ ਨੂੰ ਮਰੋੜਾ ਦੇ ਕੇ ਗਫੂਰੇ ਨੂੰ ਹੇਠ ਸੱਟ ਲਿਆ ਤੇ ਆਪੂ ਉੱਤੇ ਬੈਠ ਗਿਆ। ਚੰਗੀ ਕੁੱਟ ਝਾੜ ਕੇ ਛੱਡਿਆ ਤੇ ਗਫੂਰਾ ਵੀ ਉੱਠ ਖੜਾ ਹੋਇਆ। ਦੋਵੇਂ ਮੁੱਕੀਆਂ ਘੁਮਾਉਂਦਾ ਜੀਰੇ ਵੱਲ ਵਧਿਆ। ਜੀਰੇ ਮੁੱਕਿਆਂ ਤੋਂ ਬਚਦਿਆਂ ਇੱਕ ਵਾਰ ਫੇਰ ਗਫੂਰੇ ਨੂੰ ਥੱਲੇ ਸੁੱਟ ਲਿਆ ਤੇ ਐਤਕੀ ਉਹ ਲੁੱਟ ਪਾਈ ਕਿ ਮੁੜ ਕੇ ਨਾ ਉੱਠ ਸਕੇ। ਪਰ ਗਫੂਰਾ ਫੇਰ ਖੜਾ ਹੋ ਗਿਆ। ਪਹਿਲੇ ਗੋਡਿਆਂ ਕੋਨੀਆਂ ਬਾਹਰ ਆਪਣੇ ਪੈਰਾਂ ਤੇ ਡੋਲਦਾ, ਦੋਵੇਂ ਬਾਹਾਂ ਅੱਗੇ ਕਰਕੇ ਹਾਫਜ਼ਾਂ ਵਾਂਗੂ ਢੋਂਦਾ ਜੀਰੇ ਵੱਲ ਵਧਿਆ। ਪੈਰ ਨੂੰ ਠੋਕਰ ਲੱਗੀ ਤੇ ਡਿੱਗ ਪਿਆ। ਜਿਸ ਇੱਟ ਦੇ ਟੋਟੇ ਨਾਲ ਠੋਕਰ ਲੱਗੀ ਸੀ ਉਹ ਚੁੱਕਿਆ ਤੇ ਜੀਰੇ ਨੂੰ ਕੱਢ ਮਾਰਿਆ। ਇੱਟ ਦਾ ਟੋਟਾ ਜੀਰੇ ਤੋਂ ਕਈ ਗਜ਼ ਪਰੇ ਦੀ ਲੰਘ ਗਿਆ ਤੇ ਦੂਰ ਜਾ ਡਿੱਗਿਆ। ਗਫੂਰਾ ਨਿਸ਼ਈਆਂ ਵਾਂਗ ਇੱਟ ਦੇ ਪਿੱਛੇ ਗਿਆ। ਇਹਨੂੰ ਚੁੱਕ ਕੇ ਹੱਥ ਵਿੱਚ ਇੰਜ ਗਤਿਆ ਜਿਵੇਂ ਇਹਦਾ ਰਸ ਕੱਢਣਾ ਹੋਵੇ। ਰਸ ਤੇ ਨਾ ਨਿਕਲਿਆ, ਪਰ ਇੱਟ ਦੇ ਟੋਟੇ ਗਫੂਰੇ ਦੀਆਂ ਬਾਹਾਂ, ਲੱਤਾਂ ਤੇ ਕੁੱਲ ਸਰੀਰ ਵਿੱਚ ਜਾਨ ਭਰ ਦਿੱਤੀ। ਉਹਦਾ ਕੁੱਟ ਖਾ ਕੇ ਖਾਲੀ ਹੋਇਆ ਸਿਰ ਮੁੜ ਸੋਚਣ ਲੱਗ ਪਿਆ। ਉਹਨੇ ਸੋਚਿਆ, ਐਤਕੀ ਨਿਸ਼ਾਨਾ ਖਾਲੀ ਨਹੀਂ ਜਾਣ ਦਿਆਂਗਾ, ਤੇ ਹੌਲੀ ਹੌਲੀ ਜੀਰੇ ਵੱਲ ਵਧਿਆ, ਨੇੜੇ ਹੋਣ ਲਈ, ਨਿਸ਼ਾਨਾ ਬੰਨਣ ਲਈ।
ਜੀਰਾ ਬਸ ਕੁਝ ਸਮਝਦਾ ਉਹਦੀ ਹਰ ਚਾਲ ਪਛਾਣਦਾ ਪਿੱਛੇ ਹਟਦਾ ਗਿਆ। ਸੱਜੇ ਖੱਬੇ ਆਉਂਦਾ ਉਹਦੀ ਇੱਟ ਤੋਂ ਬਚਣ ਲਈ, ਪਰ ਜਦ ਉਹਨੇ ਗਫੂਰੇ ਦੀਆਂ ਅੱਖਾਂ ਵਿੱਚ ਖੂਨ ਵੇਖਿਆ ਤੇ ਜੀਰਾ ਨੱਠ ਉੱਠਿਆ। ਗਫੂਰਾ 2 ਕੁ ਗਲੀਆਂ ਜੀਰੇ ਦੇ ਪਿੱਛੇ ਗਿਆ, ਫਿਰ ਥੱਕ ਕੇ ਮੁੜ ਆਇਆ ਜੀਰੇ ਦੇ ਹਮੈਤੀਆਂ ਵੱਲ ਉਹਨਾਂ ਨੂੰ ਪੁੱਛਣ ਲਈ, ਪਰ ਉਹ ਪਹਿਲੀ ਕਿਧਰੇ ਚਲੇ ਗਏ ਸਨ। ਉਹਦੇ ਮਗਰੋਂ ਕਿਸੇ ਗਲੀ ਵਿੱਚ ਉਹਨੂੰ ਪਿਛਲੱਗ ਨਹੀਂ ਕਿਹਾ। ਗਫੂਰਾ ਪਿਛਲੱਗ ਤੋਂ ਗਫੂਰਾ ਪਹਿਲਵਾਨ ਬਣ ਗਿਆ, ਪਰ ਘਰੀ ਸ਼ੀਦਾ ਅੱਬਾ ਹਾਲੇ ਵੀ ਕਦੀ ਕਦੀ ਨਕਸੀਰ ਤੋੜ ਦਿੰਦਾ। ਸ਼ੀਦੇ ਅੱਬੇ ਨੇ ਗਫੂਰ ਨੂੰ ਸਾਕੇ ਤਰਖਾਣ ਦੀ ਹੱਟੀ ਪਾ ਦਿੱਤਾ। ਕੁਝ ਚਿਰ ਗਫੂਰਾ ਇੱਕ ਲੁਹਾਰ ਦਾ ਹਥੌੜਾ ਚਲਾਉਂਦਾ ਰਿਹਾ। ਜਦ ਪੰਪਾਂ ਵਾਲੇ ਮਿਸਤਰੀ ਨਾਲ ਲੱਗਿਆ ਤੇ ਸ਼ੀਦੇ ਅੱਬੇ ਨੂੰ 5 ਰੁਪਏ ਮਹੀਨਾ ਮਿਲਣ ਲੱਗ ਪਏ। ਗਫੂਰਾ ਬਰੀਕ ਹੁੰਦਾ ਗਿਆ, ਪਰ ਉਹਦੀਆਂ ਲੱਤਾਂ ਬਾਹਾਂ ਲੋਹੇ ਵਰਗੀਆਂ ਹੋ ਗਈਆਂ। ਉਹਦੀ ਫੜੀ ਬੀਣੀ ਕਰੀਮਪੁਰੇ ਦਾ ਕੋਈ ਮੁੰਡਾ ਨਾ ਛੁਡਾ ਸਕਦਾ। ਜਦ ਆਰਨ ਵਿੱਚ ਖੜਾ ਹੋਣ ਜੋਗਾ ਹੋਇਆ ਤੇ ਉਸਤਾਗਰ ਅਬਦੁੱਲਾ ਦੀਆਂ ਦਰੀਆਂ ਬੁਣਨ ਲੱਗ ਪਿਆ। 6 ਆਨੇ ਮਾਂ ਨੂੰ ਦਿੰਦਾ ਤੇ 2 ਆਨਿਆਂ ਨਾਲ ਆਪਣਾ ਦੁੱਧ ਪਾਣੀ ਕਰਦਾ। ਗਾਮੂ ਦੀ ਹੱਟੀ ਤੇ ਦੁੱਧ ਪੀਣ ਬੈਠਦਾ ਤੇ ਦੂਜਿਆਂ ਨਾਲ ਹੁੱਕਾ ਪੀਂਦਾ। ਚੁੱਪ ਚੁਪੀਤਾ ਗਫੂਰਾ ਹੁਣ ਹਾਂ ਜੀ ਆਹੋ ਜੀ ਕਰ ਲੈਂਦਾ ਤੇ ਕਿਸੇ ਕਿਸੇ ਗੱਲ ਤੇ ਹੌਲਾ ਜਿਹਾ ਹੱਸ ਵੀ ਪੈਂਦਾ। ਪਰ ਜੇ ਕੋਈ ਉਹਨੂੰ ਗੋਹ ਨਾਲ ਤੱਕਦਾ ਤੇ ਉਹਦੀਆਂ ਅੱਖਾਂ ਵਿੱਚ ਹਾਲੇ ਵੀ ਉਹ ਗੁੱਸਾ ਸੀ ਜਿਹੜਾ ਸਿਤਾਰ ਨੇ ਵੇਖਿਆ ਸੀ ਤੇ ਜਿਹਨੂੰ ਵੇਖ ਕੇ ਜੀਰਾ ਨੱਠ ਉੱਠਿਆ ਸੀ। ਸਾਂਗਾਂ ਦੇ ਮੇਲੇ ਲੱਕੜ ਬਾਜ਼ਾਰ ਦੇ ਬਦਮਾਸ਼ ਕਰੀਮਪੁਰੇ ਦੇ ਮੁੰਡਿਆਂ ਨੂੰ ਫੰਡ ਰਹੇ ਸਨ। ਗਫੂਰੇ ਲੰਘਦਿਆਂ ਵੇਖਿਆ ਨਾ ਗਿਆ। ਇੱਕ ਮੁੰਡੇ ਤੋਂ ਡਾਂਗ ਫੜ ਕੇ ਉਹ ਚਲਾਈ ਕਿ ਵੱਡੇ ਬਦਮਾਸ਼ ਨੱਠ ਕੇ ਭੀੜ ਵਿੱਚ ਜਾ ਵੜੇ। ਸ਼ਾਮੀ ਗਾਮੂ ਦੀ ਹੱਟੀ ਦੁੱਧ ਹੁੱਕਾ ਪੀਣ ਵਾਲਿਆਂ ਕਿਹਾ, ਅੱਜ ਗਫੂਰੇ ਨੇ ਕਰੀਮਪੁਰੇ ਦੀ ਲਾਜ ਰੱਖ ਲਈ। ਉਸ ਵਰੇ ਗਫੂਰਾ ਮਹੱਲੇ ਦੀ ਟੋਲੀ ਨਾਲ ਸਾਬਰ ਦੇ ਮੇਲੇ ਕਲੀਅਰ ਸ਼ਰੀਫ ਗਿਆ। ਖੁਸ਼ ਮੁੜਿਆ ਤੇ ਸ਼ੀਦਾ ਅੱਬਾ ਉੱਚੀ ਗਾਲਾਂ ਕੱਢਣ ਲੱਗ ਪਿਆ। ਮੁਸ਼ਟੰਡਿਆਂ ਨੂੰ ਘਰ ਦੀ ਫਿਕਰ ਨਹੀਂ, ਇਹ 5 ਦਿਹਾੜੀਆਂ ਸਾਬਰ ਨਹੀਂ ਦੇਣੀਆਂ। 5 ਛੀਕਾ 30, 2 ਆਨੇ ਘੱਟ 2 ਰੁਪਏ ਸ਼ੀਦੇ ਅੱਬੇ ਨੂੰ ਘਾਟਾ ਪੈ ਗਿਆ। ਉਹਨੇ ਤੇ ਗਾਲਾਂ ਕੱਢਣੀਆਂ ਹੀ ਸਨ, ਪਰ 20 ਵਰਿਆਂ ਦੇ ਮੁੰਡੇ ਗਾਲਾਂ ਨਹੀਂ ਖਾਂਦੇ। ਗਫੂਰਾ ਉੱਠ ਕੇ ਬਾਹਰ ਚਲਾ ਗਿਆ ਤੇ ਸ਼ੀਦੇ ਅੱਬੇ ਉਹਦੀ ਮਾਂ ਨੂੰ ਕੁੱਟ ਚਾੜ ਦਿੱਤੀ। ਉਸ ਰਾਤੀ ਗਫੂਰਾ ਉਸਤਾਗਰ ਅਬਦੁੱਲਾ ਦੇ ਦਲਾਨ ਜਾ ਸੁੱਤਾ, ਫਿਰ ਉੱਥੇ ਹੀ ਸੌਂਦਾ ਰਿਹਾ ਤੇ ਖੁਸ਼ੀਏ ਤੰਦੂਰ ਵਾਲੇ ਦਾ ਇੱਕ ਗਾਹਕ ਹੋਰ ਲੱਗ ਗਿਆ। ਗਫੂਰਾ ਖੁਸ਼ੀਏ ਦੇ ਤੰਦੂਰ ਰਾਮਚੰਦਰ ਤਮਾਕੂ ਵਾਲੇ ਦੀ ਹੱਟੀ ਤੇ ਬੈਠਦਾ। ਲੰਘਦੀਆਂ ਕੁੜੀਆਂ ਜ਼ਨਾਨੀਆਂ ਨੂੰ ਵੇਖਦਾ ਤੇ ਉਹਦੇ ਦਿਲ ਨੂੰ ਕੁਝ ਹੁੰਦਾ, ਪਰ ਸਮਝ ਨਾ ਆਉਂਦਾ ਕਿ ਜਦ ਨੂਰੀ ਬੀਬੀ ਦਾ ਰਹੀਮਾ ਉਹਨੂੰ ਛੱਡ ਕੇ ਚਲਾ ਗਿਆ ਤੇ ਗਫੂਰਾ ਰਸੂਲੇ ਨਾਈ ਦੀ ਹੱਟੀ ਤੇ ਚਿਰਕਾ ਵੇਲਾ ਲਾਣ ਲੱਗ ਪਿਆ, ਆਪਣੇ ਵਾਲਾਂ ਤੇ ਮੁੱਛਾਂ ਨੂੰ ਕੰਘੀ ਕਰਦਿਆਂ। ਇੱਥੋਂ ਨੂਰੀ ਬੀਬੀ ਦਾ ਤੱਪੜ ਟੰਗਿਆ ਬੂਆ ਨਜ਼ਰ ਆਉਂਦਾ ਸੀ। ਉਹਨੇ ਕਦੀ ਨੂਰੀ ਬੀਬੀ ਨੂੰ ਆਪਣੇ ਵੱਲ ਤੱਕਦਿਆਂ ਨਹੀਂ ਵੇਖਿਆ, ਪਰ ਰਸੂਲਾ ਨਾਈ ਗਫੂਰੇ ਨੂੰ ਨੂਰੀ ਦੇ ਬੂਹੇ ਵੱਲ ਮੂੰਹ ਕਰਕੇ ਕੰਘੀ ਪੱਟੀ ਕਰਦਿਆਂ ਵੇਖਦਾ ਤੇ ਵਲ ਖਾਂਦਾ। ਰਸੂਲੇ ਨਾਈ ਦਾ ਨੂਰੀ ਤੇ ਵੱਧ ਹੱਕ ਸ਼ੁਫਾ ਬਣਦਾ ਸੀ। ਉਹ ਮਹੱਲੇ ਵਿੱਚ ਪਹਿਲੋਂ ਆਇਆ ਸੀ, ਉੱਚੇ ਪਿੰਡੋਂ। ਗਲੀ ਵਿੱਚ ਖਜੂਰ ਦੀ ਚਟਾਈ ਢਾ ਕੇ ਕੰਮ ਸ਼ੁਰੂ ਕੀਤਾ। ਫਿਰ ਚਾਚੇ ਦੀਨ ਦੀ ਹੱਟੀ ਕਿਰਾਏ ਤੇ ਲਈ। ਹੁਣ 2 ਕੁਰਸੀਆਂ ਤੇ 2 ਸ਼ੀਸ਼ੇ, ਯਾ ਅੱਲਾ ਯਾ ਮੁਹੰਮਦ ਦੇ 2 ਫਰੇਮ, ਬਾਕੀ ਕੰਧਾਂ ਤੇ ਫਿਲਮੀ ਤਸਵੀਰਾਂ। ਰਸੂਲੇ ਦੇ ਸੋਚੀ ਉਹਦਾ ਨੂਰੀ ਤੇ ਵੱਧ ਹੱਕ ਬਣਦਾ ਸੀ। ਹੌਲਾ ਸੀ ਤੇ ਜ਼ਾਤ ਵੱਲੋਂ, ਪਰ ਜ਼ਾਤਾਂ ਵਿੱਚ ਕੀ ਰੱਖਿਆ ਏ? ਰੱਬ ਕਰੀਮ ਨੇ ਸਭ ਬੰਦੇ ਬਣਾਏ ਇੱਕੋ ਜਿਹੇ, ਕੇ ਬਾਦਸ਼ਾਹ ਕੇ ਗੁਲਾਮ। ਕੁਰਾਨ ਸ਼ਰੀਫ ਵਿੱਚ ਇਹੋ ਆਇਆ ਏ। ਮੌਲਵੀ ਵੀ ਹਰ ਜੁਮੇ ਇਹੀ ਕਹਿੰਦਾ ਏ, ਪਰ ਲੋਕੀ ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਨੇ। ਰਸੂਲਾ ਨਾਈ ਕੰਮੀ ਦਾ ਕੰਮੀ, ਉਹਨੂੰ ਧੀ ਦੇਵੇ ਤੇ ਕੋਈ ਕੰਮੀ ਦੇਵੇ। ਉਹਦੇ ਪਿੰਡ ਦਾ ਨਾਈ, ਪਰ ਸ਼ਹਿਰੋਂ ਆਏ ਨਾਈਆਂ ਨੂੰ ਚੌਧਰੀ ਚੰਗਾ ਨਾ ਜਾਣਦੇ। ਕਹਿੰਦੇ ਸ਼ਹਿਰ ਕਮੀਆਂ ਦਾ ਦਿਮਾਗ ਖਰਾਬ ਕਰ ਦਿੰਦਾ ਏ, ਪਿੰਡ ਆ ਕੇ ਚੰਗੇ ਭਲੇ ਕਮੀਆਂ ਨੂੰ ਵਿਗਾੜ ਦਿੰਦੇ ਨੇ। ਪਿੰਡ ਦੀ ਕੁੜੀ ਵਿਆਹ ਲੈ ਜਾਣ ਤੇ ਚੌਧਰੀਆਂ ਦੀ ਇੱਕ ਕੰਮਣ ਘਟ ਜਾਂਦੀ ਏ। ਚੌਧਰੀਆਂ ਨੂੰ ਨਾਰਾਜ਼ ਕੌਣ ਕਰੇ? ਰਸੂਲੇ ਅਸੀਂ ਤੇ ਐਸ ਪਿੰਡ ਰਹਿਣਾ। ਉੱਚੇ ਪਿੰਡ ਦੇ ਨਾਈ ਰਸੂਲੇ ਨੂੰ ਕਹਿੰਦੇ ਧੀ ਨਾ ਦਿੰਦੇ। ਨਾ ਕਰੀਮਪੁਰੇ ਵਾਲਿਆਂ ਕਦੀ ਸੋਚਿਆ ਕਿ ਰਸੂਲੇ ਨੂੰ ਟੱਬਰ ਦੀ ਲੋੜ ਏ। ਇਹ ਇੱਕ ਬੇਖਸਮੀ ਨੂਰੀ ਬੈਠੀ ਏ, ਗਰੀਬੜੀ, ਇੰਨੇ ਚਿਰ ਦਾ ਨੱਠਿਆ ਖਾਵਨ ਤੇ ਮੋਇਆਂ ਬਰਾਬਰ। ਇਹਨਾਂ ਨੂੰ ਰੱਬ ਮੱਤ ਦਿੱਤੀ ਹੋਵੇ, ਰਸੂਲੇ ਨਾਲੇ ਦੇ ਕਲਮੇ ਪੜਾ ਦੇਣ। 20 ਵਰੇ ਹੋ ਗਏ ਇਹਨਾਂ ਦੀ ਖਿਦਮਤ ਕਰਦਿਆਂ। ਇਹ ਰਸੂਲੇ ਦਾ ਹੱਕ ਬਣਦਾ। ਰਸੂਲਾ ਇਨਸਾਫ ਮੰਗਦਾ, ਪਰ ਕਿਸੇ ਰਸੂਲੇ ਨੂੰ ਇਨਸਾਫ ਨਾ ਦਿੱਤਾ। ਉਹਨੇ ਮੰਗਿਆ ਹੁੰਦਾ ਤਾਂ ਉਹ ਤੇ ਇਹ ਗੱਲਾਂ ਆਪਣੇ ਆਪ ਨਾਲ ਹੀ ਕਰਦਾ, ਕਿਸੇ ਹੋਰ ਨਾਲ ਨਾ। ਕਿਵੇਂ ਕਰਦਾ? ਉਹ ਜੁਗ ਦਾ ਕੰਮੀ ਬੰਦਾ ਉਹਦੇ ਅੰਦਰ ਡਰਿਆ ਬੈਠਾ। ਗੱਲ ਉਹਦੇ ਬੁੱਲਾਂ ਤੇ ਨਾ ਆਂਦੀ, ਉਹ ਵਿੱਚੋਂ ਵਿੱਚ ਬਲਦਾ।